ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮਾਨ ਫੈਨ ਇੰਡਸਟਰੀ ਦੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ। ਅੱਜ ਆਪਾਂ ਗੱਲ ਕਰਾਂਗੇ ਬੱਬੂ ਮਾਨ ਸਾਹਿਬ ਬਾਰੇ ਤੇ ਉਹਨਾਂ ਦੇ ਨਵੇਂ ਆਏ ਸੌਂਗ ਵਾਰਸ ਨਲੂਏ ਦਾ ਉਸ ਬਾਰੇ ਤੁਹਾਨੂੰ ਡੂੰਘੀਆਂ ਜਾਣਕਾਰੀਆਂ ਦੇਵਾਂਗੇ ਕਿ ਕੀ ਹਨ ਪੂਰੇ ਗਾਣੇ ਦੇ ਮਤਲਬ। ਤੇ ਇਹ ਸੌਂਗ 24 ਮਿੰਟ 36 ਸਕਿੰਟ ਦਾ ਰਿਲੀਜ਼ ਹੋਇਆ ਸਿੰਗ ਬੈਟਰ ਦੈਨ ਕਿੰਗ ਵੋਲੀਅਮ 2 ਐਲਬਮ ਦੇ ਵਿੱਚੋਂ। ਤੇ ਇਹ ਸੌਂਗ ਦੇ ਵਿੱਚ ਅੱਜ ਦੀ ਕਿਸਾਨੀ ਅੰਦੋਲਨ ਦਿੱਲੀ ਦਾ ਜੋ ਹੋ ਰਿਹਾ ਉਸ ਨੂੰ ਸਿੱਖ ਧਰਮ ਨਾਲ ਡਾਇਰੈਕਟਲੀ ਜੋੜਿਆ ਗਿਆ ਕਿ ਸਿੱਖ ਪਹਿਲਾਂ ਵੀ ਬਹਾਦਰ ਸੀ, ਪਹਿਲਾਂ ਵੀ ਇੱਕ ਵਾਰ ਉਹਨਾਂ ਨੇ ਦਿੱਲੀ ਦਾ ਤਖਤ ਪੁੱਟ ਲਿਆਂਦਾ ਸੀ ਤੇ ਅੱਜ ਵੀ ਜਿਹੜੇ ਕਿਸਾਨ ਵੀਰ ਨੇ ਉਹ ਅੱਜ ਦਿੱਲੀ ਦੇ ਤਖਤ ਤੇ ਜਾ ਕੇ ਚੜ੍ਹੇ ਨੇ। ਤੇ 26 ਜਨਵਰੀ ਨੂੰ ਜਿਹੜਾ ਉਹਨਾਂ ਨੇ ਲਾਲ ਕਿਲੇ ਦੇ ਉੱਤੇ ਵੀ ਹੱਲਾ ਜਿਹੜਾ ਬੋਲਣਾ ਹੈ। ਤਾਂ ਉਸ ਬਾਰੇ ਬੱਬੂ ਮਾਨ ਨੇ ਹੱਲਾਸ਼ੇਰੀ ਦਿੰਦੇ ਹੋਏ ਇਹ ਗੀਤ ਰਿਲੀਜ਼ ਕੀਤਾ ਤੇ ਇਹ ਸਿੱਖ ਇਤਿਹਾਸ ਬਾਰੇ ਸਭ ਤੋਂ ਵੱਡਾ ਗੀਤ ਹੋਣ ਜਾ ਰਿਹਾ ਤੇ ਇਹ ਮੇਰਾ ਖਿਆਲ 'ਚ ਵਰਲਡ ਰਿਕਾਰਡ ਬਣਾਵੇਗਾ ਇੱਕ ਸਿੱਖ ਇਤਿਹਾਸ ਦੇ ਉੱਪਰ ਸਭ ਤੋਂ ਵੱਡਾ ਗੀਤ। ਤੇ ਇਸ ਟਾਈਮ ਇਹ 1 ਮਿਲੀਅਨ ਵਿਊ ਕ੍ਰਾਸ ਕਰ ਚੁੱਕਿਆ ਤੇ ਟ੍ਰੈਂਡਿੰਗ 1 ਦੇ ਉੱਪਰ ਜਿਹੜਾ ਇਹ ਸੌਂਗ ਚੱਲ ਰਿਹਾ। ਤੇ ਮੈਂ ਬੱਬੂ ਮਾਨ ਸਾਹਿਬ ਨੂੰ ਬਹੁਤ ਵਧਾਈ ਦਿੰਦਾ ਤੇ ਇਸ ਤਰ੍ਹਾਂ ਹੀ ਉਹ ਇਹ ਗੀਤ ਲਿਖਦੇ ਰਹਿਣਾ, ਇਹੋ ਜਿਹੇ ਗੀਤ ਸਾਡੇ ਲਈ। ਤੇ ਆਓ ਗੀਤ ਵੱਲ ਚੱਲਦੇ ਹਾਂ ਤੇ ਕੁਛ ਕੁ ਗੀਤ ਦੀਆਂ ਜੋ ਲਾਈਨਾਂ ਨੇ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਪਹਿਲੀ ਲਾਈਨ ਸੀ ਜਿਹੜੀ ਸੌਂਗ ਦੀ, ਉੱਥੇ ਸ਼ੇਰ ਪੰਜਾਬੀਆ ਹੋਏ ਕਰਦੇ ਤਰਕ ਸ਼ਰਾਬਾ। ਤਾਂ ਇਹ ਬਹੁਤ ਹੀ ਡੂੰਘਾ ਬੱਬੂ ਮਾਨ ਸਾਹਿਬ ਨੇ ਲਿਖਿਆ। ਤੇ ਵੈਸੇ ਨੋਰਮਲ ਆਪਾਂ ਇਸ ਨੂੰ ਇੱਦਾਂ ਸਮਝ ਸਕਦੇ ਹਾਂ, ਜਿਹੜਾ ਪੰਜਾਬੀਆਂ ਨੂੰ ਹੱਲਾਸ਼ੇਰੀ ਦਿੰਦੇ ਹੋਏ ਕਿਹਾ ਉਹਨਾਂ ਨੇ ਕਿ ਉੱਠੋ ਹੁਣ ਜਾਗੋ ਦਿੱਲੀ ਦੇ ਖਿਲਾਫ। ਤੇ ਜਿਹੜੇ ਸ਼ਰਾਬਾਂ ਨੂੰ ਉਹਨਾਂ ਨੂੰ ਤਿਆਗਣ, ਨਸ਼ਿਆਂ ਨੂੰ ਤਿਆਗਣ ਦੀ ਗੱਲ ਕੀਤੀ ਹੈ ਕਿਉਂਕਿ ਦਿੱਲੀ ਸਰਕਾਰ ਨੇ ਪੰਜਾਬ ਨੂੰ ਤੋੜਨ ਦੇ ਲਈ ਜਿਹੜਾ ਪੰਜਾਬ ਦੇ ਵਿੱਚ ਨਸ਼ਾ ਫੈਲਾਉਣ ਦੀ ਕੋਸ਼ਿਸ਼ ਕੀਤੀ ਕਿ ਪਹਿਲਾਂ ਵੀ ਦਿੱਲੀ ਨੇ ਪੰਜਾਬ ਦੇ ਖਿਲਾਫ ਕਾਫੀ ਸਾਜ਼ਿਸ਼ਾਂ ਰਚੀਆਂ, ਪਰ ਉਦੋਂ ਦਿੱਲੀ ਉੱਪਰ ਜਿਹੜੇ ਪੰਜਾਬੀ ਭਾਰੂ ਪੈਂਦੇ ਰਹੇ। ਪਰ ਹੌਲੀ ਹੌਲੀ ਸਮਾਂ ਬਦਲਦਾ ਗਿਆ ਤੇ ਦਿੱਲੀ ਨੇ ਆਪਣੀਆਂ ਚਾਲਾਂ ਚੱਲਦੀ ਰਹੀ ਤੇ ਪੰਜਾਬ ਵਿੱਚ ਨਸ਼ੇ ਦਾ ਜਿਹੜਾ ਹੜ੍ਹ ਲਿਆ ਕੇ ਰੱਖ ਦਿੱਤਾ ਸੀ। ਤੇ ਹੁਣ ਦਿੱਲੀ ਨੂੰ ਇੱਦਾਂ ਲੱਗਦਾ ਸੀ ਕਿ ਆਪਾਂ ਪੰਜਾਬੀਆਂ ਨੂੰ ਦਬਾ ਸਕਦੇ ਹਾਂ ਕਿਉਂਕਿ ਪੰਜਾਬੀ ਤਾਂ ਸਾਰੇ ਨਸ਼ੇ ਨਾਲ ਮਰ ਰਹੇ ਹਨ। ਪਰ ਦਿੱਲੀ ਨੂੰ ਇਸ ਜੋ ਕਿਸਾਨੀ ਅੰਦੋਲਨ ਦਿੱਲੀ ਦੇ ਵਿੱਚ ਚੱਲ ਰਿਹਾ ਇਸ ਬਾਰੇ ਰਤਾ ਵੀ ਜਿਹੜਾ ਅੰਦਾਜ਼ਾ ਨਹੀਂ ਸੀ ਤੇ ਉਸਨੇ ਦੁਬਾਰਾ ਜਿਹੜਾ ਪੰਜਾਬ ਦੇ ਨਾਲ ਪੰਗਾ ਲੈਤਾ। ਤਾਂ ਉਸ ਬਾਰੇ ਬੱਬੂ ਮਾਨ ਨੇ ਇੱਕ ਬਹੁਤ ਹੀ ਇੱਕੋ ਲਾਈਨ ਦੇ ਵਿੱਚ ਜਿਹੜਾ ਸਾਰਾ ਇਹ ਦਿੱਲੀ ਦੀ ਸਾਜ਼ਿਸ਼ ਸੀ ਉਸ ਨੂੰ ਮੜ ਕੇ ਰੱਖ ਦਿੱਤਾ। ਉੱਠ ਸ਼ੇਰ ਪੰਜਾਬੀ ਆਵੇ ਕਰਦੇ ਤਰਕ ਸ਼ਰਾਬਾ। ਤੇ ਅਗਲੀ ਲਾਈਨ ਬੱਬੂ ਮਾਨ ਸਾਹਿਬ ਨੇ ਕਹੀ ਹੈ, ਤੂੰ ਵਾਰਸ ਨਲੂਏ ਦਾ ਪਾੜ ਦੇ ਸ਼ੇਰ ਦੀਆਂ ਫੜ ਕੇ ਜਾਬਾਂ। ਤਾਂ ਇਸ ਬਾਰੇ ਗੱਲ ਕਰਦੇ ਬੱਬੂ ਮਾਨ ਸਾਹਿਬ ਨੇ ਹਰੀ ਸਿੰਘ ਨਲੂਏ ਬਾਰੇ ਗੱਲ ਕੀਤੀ ਹੈ ਜੋ ਕਿ ਰਣਜੀਤ ਸਿੰਘ ਦੇ ਨਾਲ ਉਹਨਾਂ ਨੇ ਕਈ ਸੂਬਿਆਂ ਦੇ ਉੱਪਰ ਯੁੱਧ ਕੀਤੇ ਤੇ ਜਿਹੜਾ ਪੰਜਾਬ ਨੂੰ ਕਾਫੀ ਵੱਡਾ ਉਹਨਾਂ ਨੇ ਸੂਬਾ ਬਣਾ ਲਿਆ ਸੀ ਉਸ ਟਾਈਮ ਦੇ ਵਿੱਚ। ਤਾਂ ਅਸੀਂ ਬਹਾਦਰੀ ਬਾਰੇ ਗੱਲ ਕਰਦੇ ਹੋਏ ਤੇ ਅੱਜ ਦੇ ਪੰਜਾਬੀਆਂ ਨੂੰ ਸੁਨੇਹਾ ਦਿੱਤਾ ਕਿ ਦਿੱਲੀ ਦੀ ਹੁਣ ਆਪਾਂ ਪਿੱਠ ਲਵਾ ਕੇ ਛੱਡਣੀ ਹੈ। ਚੱਲਦੇ ਹਾਂ ਅਗਲੇ ਪੈਰੇ ਵੱਲ ਤੇ ਅਗਲਾ ਪੈਰਾ ਹੈ, ਮੈਂ ਨਿੱਜ ਲਈ ਲੜਦਾ ਨਹੀਂ ਮੇਰੀ ਸਿਸਟਮ ਦੇ ਨਾਲ ਲੜਾਈ, ਸੋਬਰ ਲਈ ਸੋਬਰ ਮੈਂ ਤੇ ਮੇਰੀ ਅੜਬਾਂ ਨਾਲ ਅੜਬਾਈ, ਇਤਿਹਾਸ ਬਦਲ ਦਿੱਤਾ ਪੂੰਜੀਪਤੀਆਂ ਅਤੇ ਨਵਾਬਾਂ। ਇਸ ਦਾ ਜਿਹੜਾ ਅਰਥ ਇਹ ਹੈ ਕਿ ਜਿਹੜਾ ਬੱਬੂ ਮਾਨ ਕਹਿ ਰਿਹਾ ਕਿ ਮੈਂ ਨਿੱਜ ਲਈ, ਮੈਂ ਆਪਣੇ ਆਪ ਲਈ ਨਹੀਂ ਲੜਦਾ, ਮੇਰੀ ਸਿਸਟਮ ਦੇ ਨਾਲ ਜਿਹੜੀ ਹੈ ਇਹ ਲੜਾਈ ਹੈ। ਤੇ ਅਗਲੇ ਲਾਈਨ ਦੇ ਵਿੱਚ ਕਹਿ ਰਹੇ ਨੇ ਸੋਬਰ, ਜਿਹੜਾ ਉਹਨਾਂ ਨੇ ਸ਼ਬਦ ਦੀ ਵਰਤੋਂ ਕੀਤੀ ਹੈ, ਸੋਬਰ ਦਾ ਮਤਲਬ ਹੁੰਦਾ ਸਾਊ। ਤਾਂ ਉਹ ਕਹਿ ਰਹੇ ਨੇ ਵੀ ਜੇ ਕੋਈ ਸਾਊ ਆ ਤਾਂ ਉਸ ਤਰ੍ਹਾਂ ਨਾਲ ਪੇਸ਼ ਆਉਣੇ ਆ, ਜੇ ਕੋਈ ਅੜਬਾਈ ਕਰਦਾ ਤਾਂ ਉਸ ਨਾਲ ਅਸੀਂ ਅੜਬਾਈ ਨਾਲ ਪੇਸ਼ ਆਉਣੇ ਆ। ਤੇ ਇਹ ਵੀ ਲਾਈਨ ਕਿਸਾਨਾਂ ਦੇ ਬਾਰੇ ਕਹੀ ਗਈ ਹੈ ਕਿ ਕਿਸਾਨ ਪਹਿਲਾਂ ਕਿੱਦਾਂ ਸਰਕਾਰ ਦੀਆਂ ਗੱਲਾਂ ਮੰਨਦੇ ਰਹੇ, ਪਰ ਹੁਣ ਜਦੋਂ ਸਰਕਾਰ ਨੇ ਅੱਤ ਕੀਤੀ ਤਾਂ ਕਿਸਾਨ ਵੀ ਅੱਗੋਂ ਡਟ ਕੇ ਜਿਹੜਾ ਸਰਕਾਰ ਦਾ ਵਿਰੋਧ ਕਰ ਰਹੇ ਹਨ। ਅਗਲੀ ਲਾਈਨ ਦੇ ਵਿੱਚ ਉਹਨਾਂ ਨੇ ਕਿਹਾ, ਇਤਿਹਾਸ ਬਦਲ ਦਿੱਤਾ ਪੂੰਜੀਪਤੀਆਂ ਅਤੇ ਨਵਾਬਾਂ। ਜਿਹੜੇ ਆਪਣੇ ਪੂੰਜੀਪਤੀ ਤੇ ਨਵਾਬ ਆਪਣੇ ਮੁਲਕ ਦੇ, ਉਹਨਾਂ ਨੇ ਕਿੱਦਾਂ ਜਿਹੜਾ ਸਾਡੇ ਸਿੱਖ ਇਤਿਹਾਸ ਨੂੰ ਤੋੜਿਆ ਮਰੋੜਿਆ। ਕੁਛ ਕੁ ਕਿਤਾਬਾਂ ਤੁਸੀਂ ਅੱਜ ਵੀ ਪੜ੍ਹਦੇ ਹੋਵੋਗੇ ਉਸ ਬਾਰੇ, ਉਸ 'ਚ ਸਿੱਖ ਇਤਿਹਾਸ ਬਾਰੇ ਬਹੁਤ ਜਿਹੜਾ ਗਲਤ ਲਿਖਿਆ ਗਿਆ ਤੇ ਜਿਹੜਾ ਆਪਣੇ ਇਤਿਹਾਸ ਨੂੰ ਤੋੜਿਆ ਮਰੋੜਿਆ ਗਿਆ। ਜਿੱਦਾਂ ਪੋਰਸ ਨੂੰ ਜਿਹੜਾ ਵੈਸਟਰਨ ਨੇ ਹਰਾਤਾ ਸੀ ਕਾਗਜ਼ਾਂ ਦੇ ਵਿੱਚ, ਇਸ ਗਾਣੇ ਵਿੱਚ ਵੀ ਉਸ ਦੀ ਗੱਲ ਕੀਤੀ ਗਈ ਹੈ। ਤਾਂ ਉਸ ਤਰ੍ਹਾਂ ਦੀ ਇਸ ਵਿੱਚ ਬੱਬੂ ਮਾਨ ਨੇ ਇੱਕ ਗੱਲ ਕੀਤੀ ਹੈ ਕਿੱਦਾਂ ਪੂੰਜੀਪਤੀਆਂ ਅਤੇ ਨਵਾਬਾਂ ਨੇ ਇਤਿਹਾਸ ਨੂੰ ਸਾਡੇ ਨੂੰ ਤੋੜ ਮਰੋੜ ਕੇ ਪੇਸ਼ ਕੀਤਾ। ਤਾਂ ਉਸ ਤੋਂ ਬਾਅਦ ਚੱਲਦੇ ਹਾਂ ਜੀ ਨੈਕਸਟ ਪੈਰੇ ਵੱਲ। ਅਗਲੇ ਪੈਰੇ ਵਿੱਚ ਇਹ ਲਾਈਨ ਬੱਬੂ ਮਾਨ ਸਾਹਿਬ ਨੇ ਕਹੀ ਹੈ, ਮੇਰੇ ਸ਼ਬਦ ਬਰੂਦ ਜਾਏ ਮੈਂ ਕਲਮ ਬੰਦੂਕ ਬਣਾਵਾਂ। ਉਹਨਾਂ ਨੇ ਆਪਣੇ ਬਾਰੇ ਕਿਹਾ ਕਿ ਜਿਹੜੇ ਮੇਰੇ ਸ਼ਬਦ ਆ ਗਾਣਿਆਂ ਦੇ ਬੋਲ ਹੈ ਉਹ ਬਰੂਦ ਦਾ ਕੰਮ ਕਰਦੇ ਹੈ ਤੇ ਜਿਹੜਾ ਮੈਂ ਆਪਣੀ ਜਿਹੜੀ ਕਲਮ ਹੈ ਉਸ ਨੂੰ ਜੋ ਹੈ ਬੰਦੂਕ ਬਣਾਇਆ ਸਰਕਾਰਾਂ ਦੇ ਖਿਲਾਫ। ਅੱਗੇ ਉਹਨਾਂ ਨੇ ਕਿਹਾ, ਨੰਗੇ ਕਰਾਂ ਦੋਗਲੇ ਮੈਂ ਜਦ ਮਸਤੀ ਦੇ ਵਿੱਚ ਗਾਵਾਂ। ਜਦ ਬੱਬੂ ਮਾਨ ਸਾਹਿਬ ਕਈ ਵਾਰ ਤੁਸੀਂ ਦੇਖਿਆ ਉਹਨਾਂ ਦੇ ਸੌਂਗ ਆਏ ਆ ਮਸਤੀ ਦੇ ਵਿੱਚ ਗਾਉਂਦੇ ਆ, ਜਿੱਦਾਂ ਸਰਕਾਰਾਂ ਦੇ ਖਿਲਾਫ ਵੀ ਗਾਇਆ
ਤੇ ਕਈ ਜਿਹੜੇ ਆਪਣੇ ਪੰਥ ਦੇ ਜੋ ਕਰਤਾਰ ਨੇ ਉਹਨਾਂ ਦੇ ਖਿਲਾਫ ਵੀ ਗਾਉਂਦੇ ਰਹਿੰਦੇ ਬੱਬੂ ਮਾਨ ਸਾਹਿਬ। ਤਾਂ ਉਹਨਾਂ ਬਾਰੇ ਗੱਲ ਕੀਤੀ ਹੈ ਕਿ ਨੰਗੇ ਕਰਾਂ ਦੋਗਲੇ ਮੈਂ ਜਦੋਂ ਮਸਤੀ ਦੇ ਵਿੱਚ ਗਾਵਾਂ। ਤੇ ਅਗਲੀ ਲਾਈਨ ਵਿੱਚ ਉਹਨਾਂ ਕਿਹਾ ਹੈ, ਸੁਰ ਫਰਕਣ ਬੁੱਲਾਂ ਤੇ ਉਂਗਲਾਂ ਬਣਦੀਆਂ ਜਾਣ ਰਬਾਬਾਂ। ਤਾਂ ਰਬਾਬਾਂ ਦਾ ਤੁਸੀਂ ਸੁਣਿਆ ਹੋਊਗਾ, ਭਾਈ ਮਰਦਾਨਾ ਜੀ ਜਿਹੜੇ ਗੁਰੂ ਨਾਨਕ ਦੇਵ ਜੀ ਦੇ ਨਾਲ ਜੋ ਸਨ, ਤਾਂ ਉਹ ਜਿਹੜੀ ਉਹਨਾਂ ਦੇ ਕੋਲ ਹੁੰਦੀ ਸੀ, ਜੋ ਵਜਾਉਂਦੇ ਹੁੰਦੇ ਸੀ, ਤਾਂ ਉਸਨੂੰ ਆਪਾਂ ਰਬਾਬ ਕਹਿੰਦੇ ਹੁੰਦੇ ਹਾਂ ਪੁਰਾਣੇ ਸਮਿਆਂ ਦੇ ਵਿੱਚ। ਤਾਂ ਉਸ ਬਾਰੇ ਬੱਬੂ ਮਾਨ ਨੇ ਮਿਊਜ਼ਿਕ ਬਾਰੇ ਕਹਿ ਰਹੇ ਹਨ ਕਿ ਸੁਰ ਫਰਕਣ ਬੁੱਲਾਂ ਤੇ ਉਂਗਲਾਂ ਬਣਦੀਆਂ ਜਾਣ ਰਬਾਬਾਂ। ਜਦੋਂ ਮਸਤੀ ਦੇ ਵਿੱਚ ਉਹ ਗਾਉਂਦੇ ਹਨ ਤਾਂ ਉਹਨਾਂ ਦੀਆਂ ਜਿਹੜੀਆਂ ਉਂਗਲਾਂ ਉਹ ਰਬਾਬ ਦਾ ਕੰਮ ਕਰਦੀਆਂ। ਤਾਂ ਇਸ ਪੈਰੇ ਵਿੱਚ ਉਹਨਾਂ ਨੇ ਆਪਣਾ ਜ਼ਿਕਰ ਕੀਤਾ। ਚੱਲਦੇ ਹਾਂ ਜੀ ਨੈਕਸਟ ਪੈਰੇ ਵੱਲ। ਅਗਲੇ ਪੈਰੇ ਵਿੱਚ ਬੱਬੂ ਮਾਨ ਸਾਹਿਬ ਕਹਿੰਦੇ ਹਨ, ਮੈਂ ਸਾਥੀ ਗੁਰਬੇ ਦਾ ਮੈਥੋਂ ਦੁੱਖ ਨਹੀਂ ਜਰਿਆ ਜਾਂਦਾ। ਤਾਂ ਉਹ ਕਹਿੰਦੇ ਹਨ ਕਿ ਮੈਂ ਜਿਹੜਾ ਕੋਈ ਗਰੀਬ ਹੈ ਤਾਂ ਉਸ ਦਾ ਮੈਂ ਸਾਥੀ ਹਾਂ ਅਤੇ ਉਸ ਦਾ ਮੈਥੋਂ ਦੁੱਖ ਵੀ ਨਹੀਂ ਜਰਿਆ ਜਾਂਦਾ। ਅਤੇ ਉਸ ਤੋਂ ਅੱਗੇ ਕਹਿੰਦੇ ਹਨ, ਸੰਨ 84 ਦਾ ਮੈਥੋਂ ਫੱਟ ਨਹੀਂ ਭਰਿਆ ਜਾਂਦਾ। ਅਤੇ 84 ਦੇ ਵਿੱਚ ਜੋ ਦੰਗੇ ਹੋਏ ਸੀ, ਸਿੱਖਾਂ ਦਾ ਕਤਲੇਆਮ ਹੋਇਆ ਸੀ, ਹਿੰਦੂਆਂ ਦਾ ਵੀ, ਸਭ ਦਾ ਜੋ ਆਪਸ ਦੇ ਵਿੱਚ ਜੋ ਵੀ ਮਸਲਾ ਸੀ, ਤਾਂ ਉਸ ਬਾਰੇ ਬੱਬੂ ਮਾਨ ਸਾਹਿਬ ਨੇ ਗੱਲ ਕੀਤੀ ਹੈ ਕਿ ਉਸ ਦਾ ਮੈਥੋਂ ਫੱਟ ਨਹੀਂ ਭਰਿਆ ਜਾਣਾ। ਅਗਲੇ ਪੈਰੇ ਵਿੱਚ ਨੈਕਸਟ ਉਹ ਕਹਿ ਰਹੇ ਹਨ, ਹੱਦੋਂ ਪਾਰ ਬਿਲਕਦੀਆਂ ਨੇ ਮੇਰੇ ਨਾਨਕਿਆਂ ਦੀਆਂ ਢਾਬਾਂ। ਤਾਂ ਇਸ ਵਿੱਚ ਉਹਨਾਂ ਨੇ ਡਾਇਰੈਕਟਲੀ ਜੋ ਹੈ ਨਨਕਾਣਾ ਸਾਹਿਬ ਦੀ ਗੱਲ ਕੀਤੀ ਹੈ, ਜੋ ਕਿ ਗੁਰੂ ਨਾਨਕ ਦੇਵ ਜੀ, ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਘਰ ਹੈ ਉਸ ਨੂੰ ਇਸ ਮੁਲਕ ਦੀਆਂ ਸਰਕਾਰਾਂ ਨੇ ਜਿਹੜਾ ਵੰਡੀਆਂ ਪਾ ਦਿੱਤੀਆਂ ਅਤੇ ਹੱਦੋਂ ਪਾਰ ਪਾਕਿਸਤਾਨ ਦੇ ਵਿੱਚ ਅੱਜ ਨਨਕਾਣਾ ਸਾਹਿਬ ਜੋ ਹੈ ਅੱਜ ਵਿਲਕ ਰਿਹਾ ਹੈ। ਤਾਂ ਇਸ ਬਾਰੇ ਉਹਨਾਂ ਨੇ ਬਹੁਤ ਡੂੰਘੀ ਗੱਲ ਲਿਖੀ ਹੈ। ਚੱਲਦੇ ਹਾਂ ਜੀ ਨੈਕਸਟ ਪੈਰੇ ਵੱਲ। ਅਗਲੇ ਪੈਰੇ ਵਿੱਚ ਬੱਬੂ ਮਾਨ ਸਾਹਿਬ ਕਹਿ ਰਹੇ ਹਨ, ਚਿੱਤ ਕਰਦਾ ਏ ਮੇਰਾ ਜਾ ਕੇ ਗਜਨੀ ਸਬਕ ਸਿਖਾਵਾਂ, ਇਕੱਠੀ ਕਰਦਿਆਂ ਕੁੱਲ ਦੁਨੀਆ ਜਾ ਕੇ ਸਾਰੀਆਂ ਹੱਦਾਂ ਵਾਹਵਾਂ। ਤਾਂ ਇਸ ਬਾਰੇ ਉਹਨਾਂ ਨੇ ਗੱਲ ਕੀਤੀ ਹੈ। ਮਹਾਰਾਜਾ ਰਣਜੀਤ ਸਿੰਘ ਅਤੇ ਹਰੀ ਸਿੰਘ ਨਲੂਆ ਨੇ ਜਿਹੜਾ ਕਈ ਸੂਬਿਆਂ ਦੇ ਉੱਤੇ ਜਿੱਤ ਪ੍ਰਾਪਤ ਕੀਤੀ ਸੀ ਅਤੇ ਉਸ ਵੇਲੇ ਪੰਜਾਬ ਜਿਹੜਾ ਸੀ ਬਹੁਤ ਵੱਡਾ ਹੁੰਦਾ ਸੀ। ਪਾਕਿਸਤਾਨ, ਅਫਗਾਨਿਸਤਾਨ ਤੋਂ ਵੀ ਅੱਗੇ ਜਿਹੜੀਆਂ ਪੰਜਾਬ ਦੀਆਂ ਹੱਦਾਂ ਹੁੰਦੀਆਂ ਸੀ ਅਤੇ ਦਿੱਲੀ ਵੀ ਉਸ ਦੇ ਵਿੱਚ ਹੀ ਜਿਹੜੀ ਪੰਜਾਬ ਦੇ ਵਿੱਚ ਹੀ ਸੀ ਉਸ ਟਾਈਮ। ਤਾਂ ਉਸ ਤੋਂ ਬਾਅਦ ਉਹ ਕਹਿ ਰਹੇ ਹਨ ਕਿ ਚਿੱਤ ਕਰਦਾ ਹੈ ਮੇਰਾ ਜਾ ਕੇ ਗਜਨੀ ਸਬਕ ਸਿਖਾਵਾਂ। ਤਾਂ ਜਿਹੜੇ ਗਜਨੀ ਉਹ ਹਿੰਦ ਦੀ ਜਿਹੜੇ ਇੱਜ਼ਤ ਲਿਆਏ ਸੀ, ਤਾਂ ਉਹ ਪਹਿਲਾਂ ਵੀ ਤੁਸੀਂ ਬੱਬੂ ਮਾਨ ਸਾਹਿਬ ਦੇ ਗਾਣੇ ਦੇ ਵਿੱਚ ਸੁਣਿਆ। ਤਾਂ ਉਸ ਬਾਰੇ ਉਹਨਾਂ ਨੇ ਗੱਲ ਕੀਤੀ ਹੈ ਕਿ ਮੇਰਾ ਵੀ ਜੀਅ ਕਰਦਾ ਕਿ ਮੈਂ ਉਸ ਤਰ੍ਹਾਂ ਜਿਹੜਾ ਗਜਨੀ ਜਾ ਸਬਕ ਸਿਖਾਵਾਂ। ਤਾਂ ਅਗਲੀ ਲਾਈਨ ਵਿੱਚ ਉਹਨਾਂ ਨੇ ਕਿਹਾ, ਵੰਡੀਆਂ ਪਾ ਛੱਡੀਆਂ ਬੇਅਕਲਾਂ ਤੇ ਖਾਨਾ ਖਰਾਬਾਂ। ਅੱਜ ਦੇ ਜਿਹੜੀਆਂ ਸਰਕਾਰਾਂ ਵਾਲੀ ਗੱਲ ਕੀਤੀ ਹੈ, ਜਿਹੜੇ ਪ੍ਰਸ਼ਾਸਕ ਨੇ, ਕਿ ਉਹਨਾਂ ਨੇ ਵੰਡੀਆਂ ਪਾ ਛੱਡੀਆਂ, ਸਾਡੇ ਮੁਲਕਾਂ ਦੇ ਵਿੱਚ ਲੋਕਾਂ ਨੂੰ ਆਪਸ ਵਿੱਚ ਪਾੜ ਛੱਡਿਆ। ਤਾਂ ਇਸ ਬਾਰੇ ਗੱਲ ਉਹਨਾਂ ਨੇ ਕਰੀ ਹੈ ਅਤੇ ਅੱਜ ਵੀ ਉਹ ਕੋਸ਼ਿਸ਼ ਕਰ ਰਹੇ ਹਨ ਆਪਾਂ ਨੂੰ ਆਪਸ ਦੇ ਵਿੱਚੋਂ ਪਾੜਨ ਦੇ ਲਈ। ਤਾਂ ਚੱਲਦੇ ਹਾਂ ਜੀ ਨੈਕਸਟ ਪੈਰੇ ਦੇ ਵੱਲ। ਅਗਲੇ ਪੈਰੇ ਵਿੱਚ ਉਹਨਾਂ ਨੇ ਕਿਹਾ, ਇਸ ਮੁਲਕ ਦੇ ਮੱਥੇ 'ਤੇ ਵੱਡਾ ਦਾਗ 1984 ਬਾਰੇ ਉਹਨਾਂ ਨੇ ਗੱਲ ਕੀਤੀ ਹੈ, ਜੋ ਦੰਗੇ ਹੋਏ ਸੀ। ਅਤੇ ਉਸ ਤੋਂ ਅੱਗੇ ਉਹ ਕਹਿੰਦੇ ਹਨ, ਇਹ ਠੱਗ ਵਪਾਰੀ ਨੇ ਮੁੱਖ 'ਤੇ ਨੇਰੀ ਬਨਾਵਟੀ ਹਾਸੀ। ਤਾਂ ਇਸ ਬਾਰੇ ਉਹਨਾਂ ਨੇ ਗੱਲਬਾਤ ਕੀਤੀ ਹੈ ਕਿ ਪਹਿਲਾਂ ਅੰਗਰੇਜ਼ ਵੀ ਜਿਹੜਾ ਪੰਜਾਬ ਨੂੰ ਲੁੱਟਣ ਆਏ ਸੀ ਅਤੇ ਉਸ ਤੋਂ ਬਾਅਦ ਸਰਕਾਰਾਂ ਨੇ ਬਹੁਤ ਕੋਸ਼ਿਸ਼ ਕੀਤੀ ਹੈ ਜਿਹੜੀ ਪੰਜਾਬ ਨੂੰ ਲੁੱਟਣ ਦੇ ਲਈ। ਅਤੇ ਅੱਜ ਵੀ ਜਿਹੜੇ ਇਹ ਸਰਕਾਰੀ ਮੋਦੀ ਕਹਿ ਲਈਏ ਜਾਂ ਕੋਈ ਹੋਰ ਜਿਹੜੇ ਉੱਪਰ ਸਰਕਾਰਾਂ ਬੈਠੀਆਂ ਹਨ, ਅੱਜ ਵੀ ਇਹ ਪੰਜਾਬ ਨੂੰ ਲੁੱਟਣ ਵਾਲੀ ਸਕੀਮਾਂ ਬਣਾ ਰਹੀਆਂ ਹਨ। ਤਾਂ ਉਸ ਬਾਰੇ ਕਹਿ ਰਹੇ ਹਨ ਕਿ ਇਹ ਠੱਗ ਵਪਾਰੀ ਨੇ, ਇਹ ਆਪਣੇ ਦੇਸ਼ ਨੂੰ ਵੇਚ ਕੇ ਖਾ ਰਹੇ ਹਨ। ਤਾਂ ਇਸ ਬਾਰੇ ਉਹਨਾਂ ਨੇ ਗੱਲ ਕੀਤੀ। ਤਾਂ ਅੱਗੇ ਉਹ ਕਹਿੰਦੇ ਹਨ, ਜਿੰਨਾ ਮਰਜ਼ੀ ਰੋਕ ਲਓ ਰਸ ਜਦ ਪੱਕਦਾ ਬਣਦੀਆਂ ਰੱਬਾਂ। ਤਾਂ ਇਸ ਬਾਰੇ ਕਹਿੰਦੇ ਹੋਏ ਕਹਿ ਰਹੇ ਹਨ ਕਿ ਜਦੋਂ ਸਬਰ ਦਾ ਪਿਆਲਾ ਜਿਹੜਾ ਟੁੱਟਦਾ ਤਾਂ ਉਹ ਬਹੁਤ ਹੀ ਜਿਹੜਾ ਹੈਗਾ ਖਤਰਨਾਕ ਹੁੰਦਾ ਹੈ। ਜਿੱਦਾਂ ਅੱਜ ਪੰਜਾਬੀ ਪਹਿਲਾਂ ਸਰਕਾਰ ਦੀਆਂ ਦਾਬਾਂ ਚੱਲ ਰਹੇ ਸੀ ਅਤੇ ਹੁਣ ਉਹ ਜਿਹੜੇ ਦਿੱਲੀ ਦੀ ਗਰਦਨ ਨੂੰ ਜਿਹੜਾ ਉਹਨਾਂ ਨੇ ਜਾ ਕੇ ਹੱਥ ਪਾਇਆ, ਤਾਂ ਉਸ ਬਾਰੇ ਗੱਲ ਕੀਤੀ ਹੈ। ਪਹਿਲਾਂ ਵੀ ਪੁਰਾਣੇ ਜਿਹੜਾ ਇਤਿਹਾਸ ਆਪਾਂ ਪੜ੍ਹੀਏ, ਸਿੱਖਾਂ ਨੇ ਪਹਿਲਾਂ ਸ਼ਾਂਤੀਪੂਰਵਕ ਰਹੇ ਹਨ, ਪਰ ਜਦੋਂ ਉਹਨਾਂ 'ਤੇ ਜ਼ੁਲਮ ਹੁੰਦਾ ਰਿਹਾ ਤਾਂ ਬਾਅਦ 'ਚ ਉਹਨਾਂ ਨੇ ਜਿਹੜਾ ਦੁਸ਼ਮਣ ਦੀ ਜਿਹੜੀ ਸੰਗੀ ਨੂੰ ਹੱਥ ਪਾਇਆ। ਤਾਂ ਅੱਜ ਦੇ ਇਤਿਹਾਸ ਨੂੰ ਪੁਰਾਣੇ ਇਤਿਹਾਸ ਦੇ ਨਾਲ ਜੋੜਨ ਦੀ ਗੱਲ ਬੱਬੂ ਮਾਨ ਸਾਹਿਬ ਨੇ ਕਰੀ ਹੈ। ਅਗਲੇ ਪੈਰੇ ਵਿੱਚ ਉਹਨਾਂ ਨੇ ਕਿਹਾ, ਜਿਹੜੇ ਯੋਧੇ ਬਾਬੇ ਨੇ ਵਾਰਾਂ ਆਓ ਉਹਨਾਂ ਦੀਆਂ ਗਾਈਏ, ਨੈੱਟ 'ਤੇ ਬੈਠੇ ਬੱਚਿਆਂ ਨੂੰ ਗੱਲਾਂ ਅਕਲ ਦੀਆਂ ਸਿਖਾਈਏ। ਤਾਂ ਇਸ ਬਾਰੇ ਉਹਨਾਂ ਨੇ ਕਿਹਾ ਕਿ ਅੱਜ ਦੀ ਜੋ ਨੌਜਵਾਨ ਪੀੜ੍ਹੀ ਹੈ ਉਹ ਸੋਸ਼ਲ ਮੀਡੀਆ ਦੇ ਨਾਲ, ਮੋਬਾਈਲ, YouTube ਦੇ ਨਾਲ ਇੰਨੀ ਕੁ ਜੁੜ ਚੁੱਕੀ ਹੈ ਕਿ ਉਹ ਆਪਣੇ ਧਰਮ ਨੂੰ ਭੁੱਲਦੀ ਜਾ ਰਹੀ ਹੈ। ਅਤੇ ਆਪਾਂ ਉਹਨਾਂ ਨੂੰ ਜਿਹੜਾ ਹੈ ਸਿੱਧੇ ਰਸਤੇ ਪਾਉਣ ਬਾਰੇ ਉਹਨਾਂ ਨੇ ਗੱਲਬਾਤ ਕੀਤੀ ਹੈ ਕਿ ਆਪਾਂ ਆਓ ਜਿਹੜੇ ਆਪਣੇ ਕੌਮ ਦੇ ਯੋਧੇ ਸੀ, ਮਹਾਰਾਜਾ ਰਣਜੀਤ ਸਿੰਘ ਕਹਿ ਲਓ, ਨਲੂਆ, ਹਰੀ ਸਿੰਘ ਨਲੂਆ ਕਹਿ ਸਕਦੇ ਹਾਂ, ਕਈ ਹੋਰ ਵੀ ਕਈ ਯੋਧੇ ਆਪਣੀ ਸਿੱਖ ਕੌਮ ਦੇ ਆ, ਆਓ ਉਹਨਾਂ ਦੀਆਂ ਵਾਰਾਂ ਗਾਈਏ ਅਤੇ ਜਿਹੜੇ ਇਹ ਨੈੱਟ 'ਤੇ ਬੈਠੇ ਬੱਚੇ ਇਹਨਾਂ ਨੂੰ ਆਪਾਂ ਸਮਝਾਉਣ ਦੀ ਕੋਸ਼ਿਸ਼ ਕਰੀਏ।
ਅਸੀਂ ਕਿਰਤੀ ਕਾਮੇ ਹਾਂ, ਸਾਨੂੰ ਦੇਣਾ ਕੀ ਨਵਾਬਾਂ। ਠੀਕ ਹੈ, ਜਿਹੜਾ ਕਿਸਾਨ ਆ ਉਹ ਆਪਣੀ ਖੇਤ ਦੇ ਵਿੱਚ ਮਿਹਨਤ ਕਰਕੇ ਰੋਟੀ ਖਾਂਦਾ ਹੈ, ਉਹਦਾ ਸਰਕਾਰ ਨਾਲ ਕੋਈ ਲੈਣਾ ਦੇਣਾ ਨਹੀਂ, ਕਿਉਂਕਿ ਸਰਕਾਰ ਨੇ ਉਹਨੂੰ ਰੋਟੀ ਨਹੀਂ ਦੇਣੀ। ਤਾਂ ਇਸ ਲਾਈਨ ਦਾ ਇਹ ਮਤਲਬ ਸੀ ਬੱਬੂ ਮਾਨ ਸਾਹਿਬ ਦਾ, ਅਸੀਂ ਕਿਰਤੀ ਕਾਮੇ ਹਾਂ, ਸਾਨੂੰ ਨਵਾਬਾਂ ਨੇ, ਜਿਹੜੇ ਆਪਣੇ ਦੇਸ਼ ਦੇ ਰਾਜੇ ਆ, ਉਹਨਾਂ ਨੇ ਆਪਾਂ ਨੂੰ ਕੁਛ ਨਹੀਂ ਦੇਣਾ। ਅਗਲੇ ਪੈਰੇ ਵਿੱਚ ਉਹ ਕਹਿੰਦੇ ਹਨ, ਦਿੱਲੀ ਜਮਰੌਦ ਜਿਹਾ ਮਾਲਕਾ ਇਹ ਵੀ ਫਤਿਹ ਕਰਾ ਦੇ। ਜਮਰੌਦ ਇੱਕ ਸੂਬਾ ਹੈ ਜਿਹੜਾ ਸਿੱਖਾਂ ਨੇ ਜਿੱਤਿਆ ਸੀ, ਤਾਂ ਉਸ ਬਾਰੇ ਬੱਬੂ ਮਾਨ ਸਾਹਿਬ ਨੇ ਗੱਲ ਕੀਤੀ ਹੈ। ਮੰਦ ਬੁੱਧੀ ਤੁਗਲਕ ਨੇ ਇਹਨਾਂ ਨੂੰ ਤਖਤਾਂ ਉੱਤੇ ਲਾ ਦੇ, ਤਖਤਾਂ ਉੱਤੋਂ ਲਾ ਦੇ। ਤਾਂ ਜਿਹੜਾ ਤੁਗਲਕ ਸੀ ਉਹ ਇੱਕ ਰਾਜਾ ਸੀ ਜਿਹੜਾ ਕਿ ਮੰਦਬੁੱਧੀ ਸੀ, ਅਤੇ ਉਸਨੇ ਵੀ ਇੱਦਾਂ ਦੇ ਜਿੱਦਾਂ ਅੱਜ ਕਿਸਾਨਾਂ ਦੇ ਉੱਤੇ ਕਾਨੂੰਨ ਜਿਹੜੇ ਕਾਲੇ ਕਾਨੂੰਨ ਲਾਗੂ ਸਰਕਾਰ ਨੇ ਕੀਤੇ ਹਨ, ਉੱਦਾਂ ਦੇ ਉਸਨੇ ਵੀ ਕਈ ਕਾਨੂੰਨ ਲਾਗੂ ਕੀਤੇ ਸੀ, ਅਤੇ ਉਹ ਜਾਂ ਤਾਂ ਲਾਗੂ ਨਹੀਂ ਹੋ ਪਾਏ, ਅਤੇ ਜੇ ਉਹ ਲਾਗੂ ਹੋਏ ਤਾਂ ਉਸ ਨਾਲ ਜਿਹੜਾ ਲੋਕਾਂ ਦਾ ਜਿਹੜਾ ਆਮ ਜਨਤਾ ਦਾ ਨੁਕਸਾਨ ਹੀ ਹੋਇਆ ਸੀ। ਤਾਂ ਜਿਹੜਾ ਮੋਦੀ ਸਾਹਿਬ ਨੂੰ ਬੱਬੂ ਮਾਨ ਸਾਹਿਬ ਨੇ ਮੰਦਬੁੱਧੀ ਤੁਗਲਕ ਦੇ ਨਾਲ ਜੋੜ ਕੇ ਅਤੇ ਇਹ ਗੱਲ ਕੀਤੀ ਹੈ ਕਿ ਇਹਨਾਂ ਨੂੰ ਤਖਤਾਂ ਦੇ ਉੱਤੋਂ ਲਾਇਆ ਜਾਵੇ। ਅੱਗੇ ਉਹ ਕਹਿੰਦੇ ਹਨ, ਜਾਂਦੀਆਂ ਨਹੀਂ ਚੱਲੀਆਂ ਹੋਰ ਇਹਨਾਂ ਦੀਆਂ ਦਾਬਾਂ। ਸਰਕਾਰ ਜਿਹੜੀ ਹੈ ਪਹਿਲਾਂ ਤੋਂ ਹੀ ਸਿੱਖਾਂ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ, ਤਾਂ ਬੱਬੂ ਮਾਨ ਸਾਹਿਬ ਨੇ ਇਹ ਕਿਹਾ ਕਿ ਇਹਨਾਂ ਦੀਆਂ ਸਾਤੋਂ ਹੋਰ ਦਾਬਾਂ ਨਹੀਂ ਚੱਲੀਆਂ ਜਾਂਦੀਆਂ, ਇਹਨਾਂ ਨੂੰ ਜਿਹੜਾ ਤਖਤਾਂ ਤੋਂ ਲਾ ਦੇ ਮਾਲਕ ਅੱਗੇ ਉਹਨਾਂ ਨੇ ਗੁਜ਼ਾਰਿਸ਼ ਕੀਤੀ ਹੈ। ਪਹਿਲੇ ਵਿੱਚ ਉਹ ਕਹਿੰਦੇ ਹਨ, ਅੰਨਦਾਤਾ ਹੱਥ ਅੱਡਦਾ, ਦੱਸੋ ਚਟਣੀ ਕੀ ਸਿਆਸਤ। 5 ਸਾਲ ਕੀ ਦੇ ਦਿੱਤੇ, ਇਹਨਾਂ ਸਮਝ ਲਈ ਰਿਆਸਤ। ਤਾਂ ਇਸ ਬਾਰੇ ਉਹਨਾਂ ਨੇ ਕਿਹਾ ਕਿ ਅੰਨਦਾਤਾ ਜਿਹੜਾ ਅੱਜ ਭੁੱਖਾ ਮਰ ਰਿਹਾ, ਫਾਹੇ ਲੈ ਰਿਹਾ, ਅਸੀਂ ਸਿਆਸਤ ਨੂੰ ਕੀ ਚੱਟਣਾ ਜਿਹੜੀ ਇਹ ਕਰ ਰਹੇ ਹਨ। ਅਤੇ ਅੱਗੇ ਉਹ ਕਹਿੰਦੇ ਹਨ, ਇਹਨਾਂ ਨੂੰ 5 ਸਾਲ ਰਾਜ ਕਰਨ ਨੂੰ ਕੀ ਦੇ ਦਿੱਤੇ, ਇਹਨਾਂ ਨੇ ਜਿਹੜਾ ਹੈਗਾ ਇੰਡੀਆ ਨੂੰ ਆਪਣੀ ਰਿਆਸਤ, ਜਿਹੜਾ ਆਪਣਾ ਜੋ ਕਹਿ ਸਕਦੇ ਹਾਂ ਕਿ ਆਪਣੀ ਰਿਆਸਤ ਆਪਾਂ ਕਹਿ ਸਕਦੇ ਹਾਂ ਕਿ ਆਪਣਾ ਕੋਈ ਜੱਦੀ ਚੀਜ਼ ਜਿਹਨੂੰ ਆਪਾਂ ਕਹਿ ਸਕਦੇ ਹਾਂ। ਤਾਂ ਇਸ ਬਾਰੇ ਸਰਕਾਰਾਂ ਨੂੰ ਕਿਹਾ ਕਿ 5 ਸਾਲ ਉਹਨਾਂ ਨੂੰ ਆਪਾਂ ਕਾਹਦੇ ਦਿੱਤੇ ਕਿ ਉਹਨਾਂ ਨੇ ਜਿਹੜਾ ਇੰਡੀਆ ਨੂੰ ਆਪਣੀ ਰਿਆਸਤ ਸਿਆਸਤਦਾਨਾਂ ਨੇ ਬਣਾ ਲਿਆ। ਅਤੇ ਅੱਗੇ ਉਹ ਕਹਿੰਦੇ ਹਨ, ਹੁਣ ਕਰੋ ਪਛਾਣਾ ਬਈ ਇਹਨਾਂ ਚਿਹਰਿਆਂ ਉੱਤੇ ਨਕਾਬਾਂ। ਤਾਂ ਇਹ ਬਹੁਤ ਵੱਡੀ ਗੱਲ ਉਹਨਾਂ ਨੇ ਕਹੀ ਹੈ ਕਿ ਇਹ ਉਹੀ ਚਿਹਰੇ ਹਨ ਜਿਹੜੇ ਪਹਿਲਾਂ ਤੋਂ ਹੀ ਆਪਾਂ ਨੂੰ ਅੰਗਰੇਜ਼ਾਂ ਵੇਲੇ ਤੋਂ ਆਪਾਂ ਨੂੰ ਲੁੱਟਦੇ ਆਏ ਹਨ। ਅੰਗਰੇਜ਼ਾਂ ਨੇ ਲੁੱਟਿਆ ਅਤੇ ਉਸ ਤੋਂ ਬਾਅਦ ਵੀ ਉਹੀ ਚਿਹਰੇ ਹਨ, ਉਹਨਾਂ ਦੇ ਹੀ ਇਹ ਵਾਰਸ ਹਨ ਜਿਹੜੇ ਆਪਾਂ ਨੂੰ ਲੁੱਟਦੇ ਆ ਰਹੇ ਹਨ। ਬਸ ਇਹ ਆਪਣੇ ਨਕਾਬ ਬਦਲਦੇ ਰਹਿੰਦੇ ਹਨ। ਤਾਂ ਇਸ ਬਾਰੇ ਉਹਨਾਂ ਨੇ ਬਹੁਤ ਵੱਡੀ ਗੱਲ ਕਰੀ ਹੈ। ਅਤੇ ਅੱਜ ਵੀ ਜਿਹੜਾ ਸਰਕਾਰ ਜਿਹੜਾ ਅਤਿਆਚਾਰ ਕਰ ਰਹੀ ਹੈ ਲੋਕਾਂ 'ਤੇ, ਧਰਮਾਂ ਦੇ ਨਾਂ 'ਤੇ ਲੜਾ ਰਹੀ ਹੈ, ਅਤੇ ਜਿਹੜਾ ਹੁਣ ਕਿਸਾਨਾਂ ਨੂੰ ਉਹਨਾਂ ਨੇ ਆਰਡੀਨੈਂਸ ਐਕਟ ਪਾਸ ਕਰਕੇ ਇੱਕ ਦੁਬਿਧਾ ਦੇ ਵਿੱਚ ਪਾ ਦਿੱਤਾ ਹੈ। ਤਾਂ ਚੱਲਦੇ ਹਾਂ ਜੀ ਆਪਾਂ ਅਗਲੇ ਪਹਿਰੇ ਵੱਲ। ਅਗਲੇ ਪਹਿਰੇ ਵਿੱਚ ਉਹ ਕਹਿੰਦੇ ਹਨ, ਸਾਹਿਬਜ਼ਾਦਿਆਂ ਦੀਆਂ ਕਾਹਤੋਂ ਭੁੱਲ ਗਏ ਉਹ ਕੁਰਬਾਨੀਆਂ, ਪੀਰ ਬੁੱਧੂ ਸ਼ਾਹ ਵਰਗੇ ਇੱਥੇ ਯੋਧੇ ਨੇ ਲਾਸਾਂ ਨੇ। ਤਾਂ ਇਸ ਬਾਰੇ ਉਹ ਕਹਿ ਰਹੇ ਹਨ ਕਿ ਜਿਹੜੇ ਸਾਹਿਬਜ਼ਾਦੇ ਆ ਉਹਨਾਂ ਦੀ ਕੁਰਬਾਨੀ ਨੂੰ ਆਪਾਂ ਭੁੱਲਦੇ ਜਾ ਰਹੇ ਹਾਂ। ਸਿੱਖ ਹੋਣ ਦਾ ਆਪਾਂ ਜਿਹੜਾ ਫਰਜ਼ ਆ ਉਹ ਚੰਗੀ ਤਰ੍ਹਾਂ ਨਹੀਂ ਨਿਭਾ ਰਹੇ ਹਾਂ। ਅਤੇ ਅੱਗੇ ਉਹਨਾਂ ਨੇ ਕਿਹਾ, ਪੀਰ ਬੁੱਧੂ ਸ਼ਾਹ ਵਰਗੇ ਇੱਥੇ ਯੋਧੇ ਨੇ ਲਾਸਾਨੀ ਸ਼ਬਦ ਦਾ ਅਰਥ ਹੈ ਅਨੋਖੇ, ਜਿਨ੍ਹਾਂ ਨੂੰ ਆਪਾਂ ਕਿਸੇ ਨਾਲ ਕੰਪੇਅਰ ਨਹੀਂ ਕਰ ਸਕਦੇ। ਤਾਂ ਜਿਹੜੇ ਪੀਰ ਬੁੱਧੂ ਸ਼ਾਹ ਸੀ ਵੈਸੇ ਉਹ ਮੁਸਲਮਾਨ ਸੀ, ਤਾਂ ਉਹਨਾਂ ਨੇ ਸਿੱਖਾਂ ਦੇ ਨਾਲ ਰਲ ਕੇ ਜਿਹੜਾ ਦਿੱਲੀ ਸਰਕਾਰ ਜਿਹੜੀ ਉਸ ਸਮੇਂ ਲੋਕਾਂ 'ਤੇ ਦਾਅ ਪਾ ਰਹੀ ਹੈ, ਜਿਵੇਂ ਅੱਜ ਵੀ ਪਾ ਰਹੀ ਹੈ, ਉਸ ਸਮੇਂ ਵੀ ਉਹ ਆਪਣੀਆਂ ਦਾਬਾਂ ਲੋਕਾਂ ਦੇ ਉੱਤੇ ਪਾ ਰਹੀ ਸੀ। ਅਤੇ ਪਰ ਇਹਨਾਂ ਨੇ ਪੀਰ ਬੁੱਧੂ ਸ਼ਾਹ ਵਰਗਿਆਂ ਨੇ ਇਹਨਾਂ ਨੇ ਰਲ ਕੇ ਜਿਹੜਾ ਦਿੱਲੀ ਦਾ ਸਾਹਮਣਾ ਕੀਤਾ। ਤਾਂ ਉਸ ਬਾਰੇ ਬੱਬੂ ਸਾਹਿਬ ਨੇ ਗੱਲ ਕੀਤੀ ਹੈ। ਤਾਂ ਅਗਲੀ ਲਾਈਨ ਵਿੱਚ ਉਹਨਾਂ ਨੇ ਕਿਹਾ, ਜਿਨ੍ਹਾਂ ਨੇ ਝੱਲੀਆਂ ਨੇ ਦਿੱਲੀ ਦੀਆਂ ਦਾਬਾਂ। ਤਾਂ ਚੱਲਦੇ ਹਾਂ ਜੀ ਅਗਲੇ ਪਹਿਰੇ ਵੱਲ, ਤੁਹਾਨੂੰ ਸਮਝ ਆ ਹੀ ਗਿਆ ਹੋਣਾ। ਅਗਲੇ ਪਹਿਰੇ ਵਿੱਚ ਬੱਬੂ ਮਾਨ ਸਾਹਿਬ ਨੇ ਇੱਕ ਬਹੁਤ ਹੀ ਇੰਟਰਸਟਿੰਗ ਗੱਲ ਕੀਤੀ ਹੈ। ਤਾਂ ਉਹ ਕਹਿ ਰਹੇ ਹਨ, ਦਿੱਲੀ ਤਖਤ ਦੇ ਵਾਰਸ ਬਈ ਫਿਰਦੇ ਕਲਕੱਤੇ ਵਿੱਚ ਰੁਲਦੇ, ਬਾਜਾਂ ਵਾਲੇ ਦੇ ਝੰਡੇ ਸਾਰੀ ਦੁਨੀਆ ਦੇ ਵਿੱਚ ਝੁਲਦੇ। ਤਾਂ ਉਹ ਅੱਜ ਦੇ ਟਾਈਮ ਦੀ ਗੱਲ ਕਰ ਰਹੇ ਹਨ, ਜਿਹੜੇ ਦਿੱਲੀ ਦੇ ਉਸ ਸਮੇਂ ਦੇ ਤਖਤ ਦੇ ਵਾਰਿਸ ਸੀ, ਉਸ ਸਮੇਂ ਦੇ ਜਿਹੜੇ ਰਾਜੇ ਸੀ, ਉਹਨਾਂ ਦੇ ਵਾਰਿਸ ਅੱਜ ਕਲਕੱਤੇ ਦੇ ਵਿੱਚ ਰੁਲ ਰਹੇ ਹੈ। ਪਰ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਝੰਡੇ ਆ ਉਹ ਪੂਰੀ ਦੁਨੀਆ ਦੇ ਵਿੱਚ ਚੱਲ ਰਹੇ ਆ। ਜਿਹੜਾ ਅੱਜ ਤੁਸੀਂ ਦੇਖ ਰਹੇ ਹੋ ਪੰਜਾਬ ਹੀ ਨਹੀਂ, ਪੂਰਾ ਇੰਡੀਆ, ਪਾਕਿਸਤਾਨ ਅਤੇ ਕਈ ਹੋਰ ਜਿਹੜੇ ਦੇਸ਼ ਹੈ, ਕੈਨੇਡਾ, ਅਮਰੀਕਾ, ਨਿਊਜ਼ੀਲੈਂਡ ਤੋਂ ਜਿਹੜੇ ਪੰਜਾਬੀ ਆ ਉਹ ਜਿਹੜੇ ਖਾਲਸਾ ਪੰਥ ਦੇ ਜਿਹੜੇ ਝੰਡੇ ਆ ਉਹ ਲਹਿਰਾ ਕੇ ਆਪਣਾ ਪ੍ਰੋਟੈਸਟ ਕਰ ਰਹੇ ਆ। ਤਾਂ ਉਸ ਬਾਰੇ ਉਹਨਾਂ ਨੇ ਗੱਲਬਾਤ ਕੀਤੀ ਕਿ ਪੂਰੀ ਦੁਨੀਆ ਦੇ ਵਿੱਚ ਜਿਹੜੇ ਖਾਲਸਾ ਦੇ ਜਿਹੜੇ ਝੰਡੇ ਹੈ ਅੱਜ ਝੁਲ ਰਹੇ ਹੈ। ਅੱਗੇ ਉਹਨਾਂ ਨੇ ਕਿਹਾ, ਸਦਾ ਉਲਟ ਉਡਾਨ ਭਰੀ ਹਨੇਰੀਆਂ ਵਿੱਚ ਉਕਾਬਾਂ। ਤਾਂ ਉਕਾਬਾਂ ਸ਼ਬਦ ਉਹਨਾਂ ਨੇ ਇੱਲ ਲਈ ਵਰਤਿਆ। ਜਿਹੜੀ ਇੱਲ ਹੁੰਦੀ ਆਪਣੀ ਇੱਕ ਪੰਛੀ ਹੈ ਜਿਹੜਾ ਹਵਾ ਦੇ ਵਿੱਚ ਉੱਡਦਾ। ਤਾਂ ਉਸ ਬਾਰੇ ਗੱਲ ਕੀਤੀ ਹੈ ਕਿ ਜਦੋਂ ਕੋਈ ਹਨੇਰੀ ਜਾਂ ਤੂਫਾਨ ਆਉਂਦਾ ਜਾਂ ਕੁਛ ਵੀ ਕਿੱਦਾਂ ਦਾ ਵੀ ਮੌਸਮ ਹੁੰਦਾ ਹਨੇਰੀ ਦਾ, ਤਾਂ ਸਾਰੇ ਪੰਛੀ ਆਪਣੇ ਆਲਿਆਂ ਦੇ ਵਿੱਚ ਵੜ ਜਾਂਦੇ ਹਨ। ਪਰ ਜਿਹੜੀ ਇੱਲ ਹੈ ਉਹ ਸਦਾ ਹਨੇਰੀ ਦੇ ਵਿੱਚ ਜਿਹੜੀ ਉਲਟ ਉਡਾਨ ਭਰਦੀ ਹੈ।
ਤਾਂ ਇਸ ਲਾਈਨ ਦਾ ਜਿਹੜਾ ਮਤਲਬ ਸੀ ਉਹ ਅੱਜ ਦੇ ਕਿਸਾਨੀ ਅੰਦੋਲਨ ਦੇ ਨਾਲ ਜੋੜਿਆ ਜਾ ਰਿਹਾ ਹੈ ਪੁਰਾਣੇ ਇਤਿਹਾਸ ਨੂੰ, ਕਿ ਪਹਿਲਾਂ ਵੀ ਜਿਹੜਾ ਆਪਣੇ ਸਿੱਖ ਕੌਮ ਦੇ ਉੱਤੇ ਬਹੁਤ ਜ਼ੁਲਮ ਹੋਇਆ, ਪਰ ਸਿੱਖ ਕੌਮ ਨੇ ਉਹਦਾ ਡਟ ਕੇ ਸਾਹਮਣਾ ਕੀਤਾ ਤਾਂ ਉੱਤੇ ਉਸ ਦਾ ਵਿਰੋਧ ਕੀਤਾ, ਤੇ ਅੱਜ ਵੀ ਜਿਹੜਾ ਦਿੱਲੀ ਦੀ ਗਰਦਨ ਨੂੰ ਸਿੱਖਾਂ ਨੇ ਹੱਥ ਪਾਇਆ, ਕਿਸਾਨਾਂ ਨੇ ਹੱਥ ਪਾਇਆ। ਤਾਂ ਇਸ ਲਾਈਨ ਦਾ ਮਤਲਬ ਉਸ ਅੱਜ ਦੇ ਇਤਿਹਾਸ ਬਾਰੇ ਤੇ ਪੁਰਾਣੇ ਇਤਿਹਾਸ ਬਾਰੇ ਸੀ ਕਿ ਸਦਾ ਜਿਹੜੀਆਂ ਇੱਲਾਂ ਹਨ ਉਹ ਹਨੇਰੀ ਦੇ ਵਿੱਚ ਉਲਟ ਉਡਾਨ ਭਰਦੀਆਂ ਹਨ। ਚੱਲਦੇ ਹਾਂ ਜੀ ਅਗਲੇ ਪੈਰੇ ਵੱਲ। ਅਗਲੇ ਪੈਰੇ ਵਿੱਚ ਉਹ ਕਹਿੰਦੇ ਹਨ, ਇੱਥੇ ਹਿਟਲਰ ਹੋ ਤੁਰਿਆ, ਬਾਦਸ਼ਾਹ ਕਾਲੂ ਵੀ ਨਾ ਬਚਿਆ। ਤਾਂ ਉਹਨਾਂ ਨੇ ਕਿਹਾ ਕਿ ਇੱਥੇ ਹਿਟਲਰ ਵਰਗੇ ਜਿਹੜੇ ਸੀਗੇ ਅਤੇ ਬਾਦਸ਼ਾਹ ਕਾਲੂ ਵਰਗੇ ਜਿਹੜੇ ਮਹਾਰਾਜੇ ਬਾਦਸ਼ਾਹ ਸੀ ਉਹ ਵੀ ਨਹੀਂ ਇੱਥੇ ਬਚੇ, ਉਹ ਵੀ ਜਿਹੜੇ ਇਸ ਦੁਨੀਆ ਤੋਂ ਤੁਰ ਗਏ, ਉਹ ਵੀ ਇੱਥੋਂ ਕੁਛ ਨਹੀਂ ਲੈ ਕੇ ਗਏ। ਅਤੇ ਅਗਲੀ ਲਾਈਨ ਵਿੱਚ ਕਹਿੰਦੇ ਹਨ, ਉਹਨਾਂ ਨੇ ਕਿਹਾ ਬਾਪੂ ਬੈਰੀ ਹੋ ਗਿਆ ਸੀ ਪਰ ਪ੍ਰਹਲਾਦ ਨਾ ਅੱਗ ਵਿੱਚ ਮੱਚਿਆ। ਤਾਂ ਇਸ ਲਾਈਨ ਪਿੱਛੇ ਬਹੁਤ ਹੀ ਡੂੰਘੀ ਸਟੋਰੀ ਜਿਹੜੀ ਹੈ ਤੁਹਾਨੂੰ ਸੁਣਾਉਣੇ ਆ, ਜਿਹੜੀ ਜੁੜੀ ਹੋਈ ਹੈ ਇਸ ਲਾਈਨ ਦੇ ਨਾਲ। ਤਾਂ ਆਪਾਂ ਇੱਕ ਕਿਤਾਬਾਂ 'ਚ ਪੜ੍ਹਿਆ ਹੋ ਜਾਂ ਟੈਲੀਵਿਜ਼ਨਾਂ 'ਤੇ ਇੱਕ ਸਟੋਰੀ ਦੇਖਦੇ ਹੁੰਦੇ ਸੀ ਹਰਨਾਕਸ਼ ਦੀ। ਹਰਨਾਕਸ਼ ਜਿਹੜਾ ਸੀ ਬਹੁਤ ਹੀ ਸ਼ਕਤੀਸ਼ਾਲੀ ਰਾਜਾ ਸੀ, ਅਤੇ ਉਸਨੇ ਭਗਵਾਨ ਬ੍ਰਹਮਾ ਦੀ ਭਗਤੀ ਕੀਤੀ ਅਤੇ ਉਸ ਨੇ ਬ੍ਰਹਮਾ ਜੀ ਤੋਂ ਵਰਦਾਨ ਪ੍ਰਾਪਤ ਕੀਤੇ ਕਿ ਉਹ ਨਾ ਅੰਦਰ ਮਰੇਗਾ, ਨਾ ਬਾਹਰ ਮਰੇਗਾ, ਨਾ ਕਿਸੇ ਜਾਨਵਰ ਦੇ ਹੱਥੋਂ ਮਰੇਗਾ, ਨਾ ਇਨਸਾਨ ਕੋਲੋਂ ਮਰੇਗਾ। ਤਾਂ ਇਸ ਵਰ ਦੇ ਨਾਲ ਜਿਹੜਾ ਉਹ ਅਮਰ ਹੋ ਗਿਆ ਸੀ ਅਤੇ ਉਹ ਆਪਣੇ ਆਪ ਨੂੰ ਭਗਵਾਨ ਸਮਝਣ ਲੱਗ ਗਿਆ ਸੀ, ਅਤੇ ਉਹ ਲੋਕਾਂ ਨੂੰ ਵੀ ਉਸਨੇ ਆਪਣੇ ਆਪ ਨੂੰ ਭਗਵਾਨ ਮੰਨਣ ਲਈ ਮਜਬੂਰ ਕਰਤਾ ਸੀ, ਅਤੇ ਜਿਹੜੇ ਭਗਵਾਨ ਦੇ ਮੰਦਰ ਆ ਉਹ ਬੰਦ ਕਰਵਾ ਦਿੰਦੇ ਸੀ। ਪਰ ਜਿਹੜਾ ਉਸਦਾ ਇੱਕ ਪੁੱਤਰ ਸੀ ਪ੍ਰਹਲਾਦ ਭਗਤ, ਜਿਹੜਾ ਕਿ ਵਿਸ਼ਨੂੰ ਦਾ ਭਗਤ ਸੀ, ਅਤੇ ਉਸਨੇ ਆਪਣੇ ਪਿਤਾ ਨੂੰ ਭਗਵਾਨ ਮੰਨਣ ਤੋਂ ਇਨਕਾਰ ਕਰ ਦਿੱਤਾ। ਜਦੋਂ ਉਸਦੇ ਪਿਤਾ ਨੂੰ ਇਹ ਗੱਲ ਪਤਾ ਲੱਗੀ ਤਾਂ ਉਸਨੇ ਉਸਨੂੰ ਆਪਣੇ ਪੁੱਤਰ ਨੂੰ ਮਾਰਨ ਦਾ ਫੈਸਲਾ ਕੀਤਾ, ਅਤੇ ਉਸਨੇ ਬੜੀਆਂ ਕੋਸ਼ਿਸ਼ਾਂ ਕੀਤੀਆਂ ਆਪਣੇ ਪੁੱਤਰ ਨੂੰ ਮਾਰਨ ਦੀਆਂ, ਪਰ ਉਸਦਾ ਪੁੱਤਰ ਭਗਵਾਨ ਵਿਸ਼ਨੂੰ ਦੀ ਸ਼ਕਤੀ ਦੇ ਨਾਲ ਹਰ ਵਾਰ ਬਚ ਜਾਂਦਾ ਸੀ। ਤਾਂ ਐਂਡ 'ਤੇ ਜਿਹੜਾ ਹਰਨਾਕਸ਼ ਨੇ ਫੈਸਲਾ ਕੀਤਾ, ਆਪਣੀ ਭੈਣ ਹੋਲਕਾ ਨੂੰ ਕਿਹਾ ਕਿ ਉਹ ਪ੍ਰਹਲਾਦ ਨੂੰ ਲੈ ਕੇ ਅੱਗ ਦੇ ਵਿੱਚ ਬੈਠ ਜਾਵੇ, ਕਿਉਂਕਿ ਜਿਹੜੀ ਉਸਦੀ ਭੈਣ ਸੀ ਉਸਨੂੰ ਵਰਦਾਨ ਮਿਲਿਆ ਸੀ ਕਿ ਉਹ ਅੱਗ ਵਿੱਚ ਜਲ ਨਹੀਂ ਸਕਦੀ। ਪਰ ਜਦੋਂ ਹੀ ਉਸਦੀ ਭੈਣ ਪ੍ਰਹਲਾਦ ਨੂੰ ਅੱਗ ਦੇ ਵਿੱਚ ਲੈ ਕੇ ਬੈਠੀ ਤਾਂ ਉਸਦੀ ਭੈਣ ਮੱਚ ਗਈ, ਪਰ ਪ੍ਰਹਲਾਦ ਫਿਰ ਵੀ ਜਿਉਂਦਾ ਬਚ ਗਿਆ। ਤਾਂ ਇਸ ਬਾਰੇ ਭਗਵਾਨ ਸਾਹਿਬ ਨੇ ਇੱਕ ਡੂੰਘੀ ਗੱਲ ਕੀਤੀ ਹੈ, ਬਾਪੂ ਬੈਰੀ ਹੋ ਗਿਆ ਸੀ ਪਰ ਪ੍ਰਹਲਾਦ ਨਾਲ ਅੱਗ ਵਿੱਚ ਮੱਚਿਆ। ਠੀਕ ਹੈ, ਅੱਗੇ ਉਹ ਕਹਿੰਦੇ ਹਨ, ਹਰ ਰੋਤੇ ਮਿੱਤਰੋ ਬਈ ਮਹਿਕਾਂ ਵੰਡੀਆਂ ਸਦਾ ਗੁਲਾਬਾਂ। ਤਾਂ ਇਸ ਬਾਰੇ ਉਹਨਾਂ ਨੇ ਗੱਲ ਕੀਤੀ ਕਿ ਜਿਹੜੇ ਸ਼ਹੀਦ ਹੋਏ ਹਨ ਉਹ ਵੀ ਅੱਜ ਉਹਨਾਂ ਦੇ ਆਪਾਂ ਜਿਹੜੇ ਦਿਨ ਤਿਉਹਾਰ ਮਨਾਉਂਦੇ ਹਨ, ਅਤੇ ਉਹ ਜਿਹੜੇ ਆਪਣੇ ਕੌਮ ਦੇ ਸ਼ਹੀਦ ਹਨ, ਗੁਲਾਬ ਦੇ ਫੁੱਲ ਹਨ, ਤਾਂ ਉਹ ਅੱਜ ਵੀ ਉਹ ਹਰ ਰੁੱਤ ਦੇ ਵਿੱਚ ਮਹਿਕਾਂ ਛੱਡਦੇ ਹਨ। ਤਾਂ ਚੱਲਦੇ ਹਾਂ ਜੀ ਅਗਲੇ ਪੈਰੇ ਵੱਲ। ਅਗਲੇ ਪੈਰੇ ਵਿੱਚ ਉਹ ਕਹਿੰਦੇ ਹਨ, ਚੰਗੇਜ਼ ਖਾਨ ਤੁਰ ਗਿਆ, ਆਤਮ ਹੱਤਿਆ ਕਰ ਗਿਆ ਨੀਰੋ। ਚੰਗੇਜ਼ ਖਾਨ ਅਤੇ ਨੀਰੋ ਜਿਹੜੇ ਬਾਦਸ਼ਾਹ ਸੀਗੇ ਜਿਨ੍ਹਾਂ ਨੇ ਲੋਕਾਂ ਨੂੰ ਦੁੱਖ ਦਿੱਤੇ, ਉਹ ਵੀ ਨਹੀਂ ਇੱਥੇ ਰਹੇ। ਤਾਂ ਅੱਗੇ ਉਹਨਾਂ ਨੇ ਕਿਹਾ, ਸੱਤਾ ਵਿੱਚ ਝੂਲ ਚਵਲੇ ਤੂੰ ਵੀ ਹੋ ਜਾਣਾ ਇਹ ਜੀਰੋ। ਤਾਂ ਉਹ ਅੱਜ ਦੀ ਸਰਕਾਰ ਨੂੰ ਕਿਹਾ ਕਿ ਤੂੰ ਅੱਜ ਸੱਤਾ ਦੇ ਵਿੱਚ ਹੈ ਅਤੇ ਆਪਣੇ ਹੰਕਾਰ ਦੇ ਵਿੱਚ ਜਿਹੜਾ ਤੂੰ ਲੋਕਾਂ 'ਤੇ ਜੋ ਤੂੰ ਜ਼ੁਲਮ ਕਰ ਰਹੀ ਹੈ, ਪਰ ਤੂੰ ਇੱਕ ਦਿਨ ਜ਼ੀਰੋ ਹੋ ਜਾਣਾ, ਇਸ ਬਾਰੇ ਕਿਹਾ। ਤਾਂ ਅਗਲੀ ਲਾਈਨ ਵਿੱਚ ਉਹਨਾਂ ਨੇ ਇਹ ਸਾਰੇ ਪੈਰੇ ਨੂੰ ਜਿਹੜਾ ਇਕੱਠਾ ਕੀਤਾ, ਤਾਂ ਉਹਨਾਂ ਨੇ ਕਿਹਾ, ਅੰਤ ਮਾੜਾ ਦੋਖੀਆਂ ਦਾ ਪੜ੍ਹ ਕੇ ਦੇਖ ਲਈ ਵਿੱਚ ਕਿਤਾਬਾਂ। ਤਾਂ ਤੁਸੀਂ ਪੁਰਾਣਾ ਇਤਿਹਾਸ ਪੜ੍ਹ ਰਹੇ ਹੋ, ਜਿਨ੍ਹਾਂ ਨੇ ਜਿਹੜੇ ਰਾਜੇ ਮਹਾਰਾਜਾ ਨੇ ਲੋਕਾਂ ਨੂੰ ਦੁੱਖ ਦਿੱਤੇ ਹਨ, ਤਾਂ ਉਹਨਾਂ ਦਾ ਜਿਹੜਾ ਅੰਤ ਹੈ ਮਾੜਾ ਹੋਇਆ। ਅਤੇ ਅੱਜ ਵੀ ਜੋ ਦਿੱਲੀ ਕਿਸਾਨਾਂ ਦੇ ਨਾਲ ਜੋ ਕਰ ਰਹੇ ਹੈ, ਇਸ ਦਾ ਅੰਤ ਵੀ ਜਿਹੜਾ ਹੈ ਮਾੜਾ ਹੋਊਗਾ ਇਹ ਸੱਤਾ ਨੂੰ। ਪੈਰੇ ਵਿੱਚ ਉਹ ਕਹਿੰਦੇ ਹਨ, ਤੇਰਾ ਕਾਲ ਬੋਲਦਾ ਏ ਤੇਰੇ ਫੋਕੇ ਦਿਲੀਏ ਦਾਵੇ, ਤੈਨੂੰ ਆ ਟੁਕਣੀ ਏ ਭਾਵੇਂ ਮੌਤ ਤੋਂ ਬਨ ਲੈ ਪਾਵੇ। ਤਾਂ ਇਸ ਪੈਰੇ ਵਿੱਚ ਉਹ ਗੱਲ ਕਰ ਰਹੇ ਹਨ, ਜਿਹੜੇ ਦਿੱਲੀ ਸਰਕਾਰ ਦੇ ਜਿਹੜੇ ਦਾਅਵੇ ਆ ਉਹ ਝੂਠੇ ਹਨ। ਅਤੇ ਅੱਗੇ ਉਹ ਇਹ ਵੀ ਗੱਲ ਕਰ ਰਹੇ ਹਨ ਕਿ ਦਿੱਲੀ ਸਰਕਾਰ ਨੂੰ ਆਪਣੀ ਪਾਵਰ ਦੇ ਉੱਤੇ ਮਾਣ ਹੈ, ਕਿ ਸੱਤਾ ਵੀ ਉਸਦੇ ਵੱਲ ਹੈ ਅਤੇ ਪ੍ਰਸ਼ਾਸਨ ਵੀ ਉਸਦੇ ਵੱਲ ਹੈ, ਅਤੇ ਜਿਹੜੀ ਦੇਸ਼ ਦੀ ਜਿਹੜੀ ਆਰਮੀ ਅਤੇ ਪੁਲਿਸ ਵੀ ਉਸਦੇ ਵੱਲ ਹੈ, ਅਤੇ ਨਿਊਜ਼ ਚੈਨਲ ਫੇਕ ਮੀਡੀਆ ਵੀ ਉਸਦੇ ਵੱਲ ਹੈ। ਇਸ ਦਾ ਨੂੰ ਮਾਣ ਹੈ ਕਿ ਸਾਡੇ 'ਤੇ ਕੋਈ ਕਾਰਵਾਈ ਨਹੀਂ ਹੋ ਸਕਦੀ, ਤਾਂ ਅਸੀਂ ਹੁਣ ਪਾਵਰ ਦੇ ਵਿੱਚ ਹਾਂ। ਪਰ ਭਗਵਾਨ ਸਾਹਿਬ ਕਹਿ ਰਹੇ ਹਨ, ਤੈਨੂੰ ਆ ਟੁਕਣੀ ਹੈ ਭਾਵੇਂ ਮੌਤ ਤੋਂ ਬੰਨ੍ਹਣਾ ਪਾਵੇ, ਜਿੰਨਾ ਮਰਜ਼ੀ ਬਚ ਲਓ, ਮੌਤ ਤਾਂ ਇੱਕ ਨਾ ਇੱਕ ਦਿਨ ਆਉਣੀ ਹੀ ਹੈ। ਤਾਂ ਇਸ ਬਾਰੇ ਭਗਵਾਨ ਸਾਹਿਬ ਗੱਲ ਕਰ ਰਹੇ ਹਨ। ਅਗਲੀ ਲਾਈਨ ਦੇ ਵਿੱਚ ਉਹਨਾਂ ਨੇ ਕਿਹਾ, ਜਦ ਅੱਤ ਹੋ ਜਾਂਦੀ ਹੈ ਪੰਜਾਬੀ ਫੇਰ ਨਹੀਂ ਚੱਲਦੇ ਦਾਬਾ। ਅਤੇ ਇਹ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਕਿ ਆਪਣਾ ਨਵਾਂ ਅੱਜ ਦਾ ਇਤਿਹਾਸ ਅਤੇ ਪੁਰਾਣਾ ਤੁਸੀਂ ਪੜ੍ਹ ਕੇ ਦੇਖ ਲਓ। ਜਦੋਂ ਕੋਈ ਵੀ ਅੱਤ ਕਰਦਾ ਤਾਂ ਪੰਜਾਬੀ ਫਿਰ ਉਸ ਤੋਂ ਬਾਅਦ ਜਿਹੜੀ ਆ ਪੰਜਾਬੀਆਂ ਨੇ ਕਿਸੇ ਦਾ ਜਿਹੜਾ ਦਾਬਾ ਨਹੀਂ ਚੱਲਿਆ। ਅਗਲੇ ਬਾਰੇ ਵਿੱਚ ਉਹ ਕਹਿ ਰਹੇ ਹਨ, ਇੱਥੇ ਤਾਜ ਬਣਾਉਣ ਵਾਲਾ ਪੁੱਤ ਨੇ ਧੂ ਕੇ ਜੇਲ੍ਹ ਵਿੱਚ ਪਾਤਾ, ਜਿੱਤਿਆ ਹੋਇਆ ਪੋਰਸ ਗਈ ਵੈਸਟ ਨੇ ਕਾਗਜ਼ਾਂ ਵਿੱਚ ਹਰਾਤਾ। ਤਾਂ ਇਸ ਬਾਰੇ ਜਿਹੜੀ ਪਹਿਲੀ ਲਾਈਨ ਹੈ, ਤਾਜ ਬਣਾਉਣ ਵਾਲੇ ਨੂੰ ਜਿਹੜਾ ਉਸਦੇ ਪੁੱਤਰ ਨੇ ਜੇਲ੍ਹ ਦੇ ਵਿੱਚ ਪਾਤਾ ਸੀ। ਤਾਂ ਇਸ ਵਿੱਚ ਗੱਲ ਹੋ ਰਹੀ ਹੈ ਸ਼ਾਹਜਹਾਨ ਜਿਹੜਾ ਸੀ ਜਿਸ ਨੇ ਤਾਜ ਮਹਿਲ ਬਣਵਾਇਆ ਸੀ, ਪਰ ਉਸ ਦਾ ਇੱਕ ਪੁੱਤਰ ਸੀ ਔਰੰਗਜ਼ੇਬ ਖਾਨ।
ਤਾਂ ਉਸਦੇ ਉਸਦੇ ਭਰਾ ਵੀ ਸਨ ਤੇ ਔਰੰਗਜ਼ੇਬ ਨੂੰ ਜਿਹੜਾ ਸੀ ਪਾਵਰ ਤੇ ਪੈਸਾ ਚਾਹੀਦਾ ਸੀ। ਉਸ ਲਈ ਉਸਨੇ ਆਪਣੇ ਭਰਾਵਾਂ ਨੂੰ ਵੀ ਮਾਰ ਦਿੱਤਾ ਸੀ ਤੇ ਆਪਣੇ ਜਿਹੜਾ ਪਿਤਾ ਸੀ ਉਸ ਨੂੰ ਵੀ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਸੀ। ਤਾਂ ਇਸ ਬਾਰੇ ਉਹਨਾਂ ਨੇ ਇਸ ਲਾਈਨ ਦੇ ਵਿੱਚ ਗੱਲਬਾਤ ਕੀਤੀ ਹੈ। ਤਾਂ ਅੱਗੇ ਉਸਨੇ ਕਿਹਾ ਹੈ, ਜਿੱਤਿਆ ਵੈ ਪੋਰਸ ਵੀ ਵੈਸਟ ਨੇ ਕਾਗਜ਼ਾਂ ਵਿੱਚ ਹਰਾਤਾ। ਤਾਂ ਇਹ ਆਪਾਂ ਅੱਜ ਕੱਲ੍ਹ ਆਮ ਪੜ੍ਹਦੇ ਹਾਂ, ਜਿਹੜਾ ਪੋਰਸ ਹੈ ਉਸ ਨੂੰ ਕਿਤਾਬਾਂ ਦੇ ਵਿੱਚ ਕਿੱਦਾਂ ਪੇਸ਼ ਕੀਤਾ ਜਾ ਰਿਹਾ। ਹਾਲਾਂਕਿ ਪੋਰਸ ਪੰਜਾਬੀ ਸੀ, ਉਸਨੇ ਜਿੱਤ ਪ੍ਰਾਪਤ ਕੀਤੀ ਸੀ, ਪਰ ਕਾਗਜ਼ਾਂ ਦੇ ਵਿੱਚ ਕਿਤਾਬਾਂ ਦੇ ਵਿੱਚ ਪੋਰਸ ਬਾਰੇ ਗਲਤ ਲਿਖਿਆ ਜਾ ਰਿਹਾ ਤੇ ਅੱਜ ਦੇ ਨੌਜਵਾਨ ਉਸ ਤਰ੍ਹਾਂ ਨਾਲ ਪੜ੍ਹ ਰਹੇ ਹਨ ਤੇ ਉੱਦਾਂ ਹੀ ਬੋਲ ਰਹੇ ਹਨ। ਤਾਂ ਇਸ ਬਾਰੇ ਉਹਨਾਂ ਨੇ ਗੱਲਬਾਤ ਇਸ ਪੈਰੇ ਦੇ ਵਿੱਚ ਕੀਤੀ ਹੈ। ਅੱਗੇ ਉਹ ਕਹਿੰਦੇ ਹਨ, ਫਿਰ ਦੋਸ਼ੀ ਸੱਚ ਕਹਿੰਦਾ ਰਾਜੇ ਨੂੰ ਡੋਬਣ ਵੈਲ ਸ਼ਰਾਬਾਂ। ਤਾਂ ਇਸ ਪੈਰੇ ਦਾ ਸਿੱਧਾ ਜਿਹੜਾ ਲਿੰਕ ਕੀਤਾ ਗਿਆ ਫਸਟ ਲਾਈਨ ਦੇ ਨਾਲ, ਜਿਹੜੀ ਕਹਿ ਰਹੇ ਹਨ ਕਿ ਇੱਥੇ ਤਾਜ ਬਣਾਉਣ ਵਾਲਾ ਪੁੱਤ ਨੇ ਫੜ ਕੇ ਜੇਲ੍ਹ ਵਿੱਚ ਪਾਤਾ। ਤਾਂ ਔਰੰਗਜ਼ੇਬ ਤੇ ਸ਼ਾਹਜਹਾਨ ਬਾਰੇ ਇੱਥੇ ਗੱਲ ਹੋ ਰਹੀ ਹੈ ਇਸ ਪੈਰੇ ਵਿੱਚ। ਇਸ ਪੈਰੇ ਨੂੰ ਬੱਬੂ ਮਾਨ ਸਾਹਿਬ ਨੇ ਇਕੱਠਾ ਕੀਤਾ। ਅਗਲੇ ਪੈਰੇ ਦੇ ਵਿੱਚ ਉਹ ਕਹਿ ਰਹੇ ਹਨ, ਇਹ ਮੁਲਕ ਹੈ ਜਿਨ੍ਹਾਂ ਦਾ ਉਹਨਾਂ ਦੇ ਮੱਥੇ ਮੜਦੀਆਂ ਜਾਤਾਂ, ਸਿਆਣੇ ਸਮਝੇ ਹੀ ਜਾਣਗੇ ਡੂੰਘੀਆਂ ਮਾਣਦੀਆਂ ਬਾਤਾਂ। ਇਸ 'ਚ ਉਹ ਕਹਿ ਰਹੇ ਹਨ ਕਿ ਜਿਨ੍ਹਾਂ ਦਾ ਇਹ ਲੋਕਾਂ ਦਾ ਇਹ ਦੇਸ਼ ਹੈ, ਉਹਨਾਂ ਦੇ ਸਰਕਾਰ ਨੇ, ਪ੍ਰਸ਼ਾਸਨ ਨੇ ਉਹਨਾਂ ਦੇ ਮੱਥੇ ਜਾਤਾਂ ਮੜ ਦਿੱਤੀਆਂ ਤੇ ਉਹਨਾਂ ਨੂੰ ਅੱਡੋ ਅੱਡ ਕਰ ਦਿੱਤਾ ਤੇ ਉਹਨਾਂ 'ਚ ਭਾਈਚਾਰਕ ਸਾਂਝ ਨਹੀਂ ਰਹਿਣ ਦਿੱਤੀ ਤੇ ਆਪ ਉਹ ਦੇਸ਼ ਦੇ ਉੱਤੇ ਰਾਜ ਕਰ ਰਹੇ ਹਨ। ਤਾਂ ਇਸ ਬਾਰੇ ਬੱਬੂ ਮਾਨ ਨੇ ਇਸ ਗੱਲ ਦੇ ਉੱਤੇ ਚਾਨਣਾ ਪਾਇਆ ਤੇ ਅੱਗੇ ਉਹਨਾਂ ਨੇ ਕਿਹਾ ਵੀ ਸਿਆਣੇ ਸਮਝੀ ਜਾਣਗੇ ਡੂੰਘੀਆਂ ਮਾਣਦੀਆਂ ਬਾਤਾਂ। ਤਾਂ ਇਸ ਵਿੱਚ ਉਹਨਾਂ ਨੇ ਆਪਣੀ ਪ੍ਰਸ਼ੰਸਾ ਕੀਤੀ ਹੈ ਕਿ ਉਹਨਾਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਕਿੰਨੀਆਂ ਡੂੰਘੀਆਂ ਨੇ। ਅੱਗੇ ਉਹ ਕਹਿੰਦੇ ਹਨ, ਰਾਜੇ ਵਿਲਨ ਬਣਾ ਦਿੱਤੇ ਮਿੱਤਰੋ ਜਾਲੀ ਇਹ ਹਿਸਾਬਾਂ। ਤਾਂ ਪਿਛਲੇ ਬਾਰੇ ਵਿੱਚ ਆਪਾਂ ਦੱਸ ਚੁੱਕੇ ਹਾਂ ਕਿ ਕਿੱਦਾਂ ਪੋਰਸ ਦੀ ਜਿਹੜੀ ਸਟੋਰੀ ਸੀ ਉਸਨੂੰ ਤੋੜ ਮਰੋੜ ਕੇ ਪੇਸ਼ ਕੀਤਾ ਸੀ। ਤਾਂ ਉਸ ਬਾਰੇ ਜਿਹੜਾ ਆਪਣੇ ਇਤਿਹਾਸ ਨਾਲ, ਪੁਰਾਣੇ ਇਤਿਹਾਸ ਦੇ ਨਾਲ ਜਿਹੜਾ ਸ਼ਾਸਕਾਂ ਨੇ ਜਿਹੜਾ ਛੇੜਛਾੜ ਕੀਤੀ ਹੈ, ਤਾਂ ਜਿਹੜੇ ਯੋਧੇ ਸੀ ਤੇ ਉਹਨਾਂ ਨੂੰ ਵਿਲਨ ਬਣਾ ਦਿੱਤਾ। ਕਿੱਦਾਂ ਪੋਰਸ ਨੂੰ ਵਿਲਨ ਬਣਾਇਆ ਤੇ ਕਈ ਆਪਣੇ ਹੋਰ ਵੀ ਜਿਹੜੇ ਯੋਧੇ ਹੋਏ ਹਨ ਉਹਨਾਂ ਨੂੰ ਕਿੱਦਾਂ ਸਰਕਾਰ ਨੇ ਜਿਹੜਾ ਕਿਤਾਬਾਂ ਦੇ ਵਿੱਚ ਵਿਲਨ ਬਣਾ ਦਿੱਤਾ। ਤੇ ਜਿਹੜਾ ਇਸ ਗਾਣੇ ਦਾ ਅੱਗੇ ਆਖਰੀ ਪੈਰਾ, ਉਸ ਦੇ ਵਿੱਚ ਉਹਨਾਂ ਨੇ ਡਾਇਰੈਕਟਲੀ ਜਿਹੜੀ ਕਿਸਾਨਾਂ ਦੀ ਸਪੋਰਟ ਕੀਤੀ ਹੈ ਤੇ ਪੰਜਾਬ ਬਾਰੇ ਉਹਨਾਂ ਨੇ ਦੱਸਿਆ ਕਿ ਆਪਾਂ ਪੰਜਾਬ ਨੂੰ ਬਚਾਈਏ। ਤਾਂ ਇਸ ਬਾਰੇ ਵਿੱਚ ਉਹ ਕਹਿੰਦੇ ਹਨ, ਸੋਹਣਾ ਪੰਜਾਬ ਮੇਰਾ ਆ ਜੋ ਮਿਰਚਾਂ ਇਹ ਤੋਂ ਵਾਰੋ, ਇਹਦੇ ਪਿੰਡੇ ਲੱਗੀਆਂ ਜੋ ਆ ਜੋ ਰਲ ਕੇ ਚੌਕਾਂ ਤਾਰੋ। ਇਸ ਬਾਰੇ ਵਿੱਚ ਉਹ ਡਾਇਰੈਕਟਲੀ ਕਹਿ ਰਹੇ ਹਨ ਕਿ ਪੰਜਾਬ ਨੂੰ ਆਪਾਂ ਬਚਾਈਏ ਤੇ ਇਸ ਦੇ ਜਿਹੜੇ ਪਿੰਡੇ ਲੱਗੀਆਂ ਹਨ, ਜੋਕਾਂ ਜਿਹੜੀਆਂ ਇਹ ਪ੍ਰਸ਼ਾਸਕ ਸਰਕਾਰਾਂ ਜੋ ਪੰਜਾਬ ਨੂੰ ਖਾ ਰਹੀਆਂ ਹਨ, ਤਾਂ ਉਹਨਾਂ ਨੂੰ ਆਪਾਂ ਤਾਰੀਏ। ਅੱਗੇ ਉਹ ਅਗਲੀ ਲਾਈਨ ਦੇ ਵਿੱਚ ਕਹਿੰਦੇ ਹਨ, ਸਾਨੂੰ ਕੀ ਠੋਰਨਾ ਏ ਕੁੰਡਲੀ ਬਾਰਡਰ ਛੱਡੇ ਸ਼ਬਾਬਾਂ। ਤਾਂ ਇਸ ਵਿੱਚ ਉਹਨਾਂ ਨੇ ਡਾਇਰੈਕਟਲੀ ਕਿਸਾਨਾਂ ਦੀ ਸਪੋਰਟ ਕੀਤੀ ਹੈ। ਠੋਰਨ ਦਾ ਮੀਨਿੰਗ ਹੁੰਦਾ ਹੈ ਰੋਕਣਾ, ਠੀਕ ਹੈ। ਸਰਕਾਰ ਕਿਸਾਨਾਂ ਦੇ ਉੱਤੇ ਕਾਲੇ ਕਾਨੂੰਨ ਮਾਰ ਕੇ ਤੇ ਹੁਣ ਉਹਨਾਂ ਨੂੰ ਰੋਕਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਕਰ ਰਹੀ ਹੈ, ਪਰ ਬੱਬੂ ਮਾਨ ਸਾਹਿਬ ਕਹਿ ਰਹੇ ਹਨ, ਸਾਨੂੰ ਕੀ ਰੋਕਣਾ ਏ ਕੁੰਡਲੀ ਬਾਰਡਰ ਛੱਡੇ ਸ਼ਬਾਬਾਂ। ਤਾਂ ਇਸ ਲਾਈਨ ਦੇ ਨਾਲ ਉਹ ਜਿਹੜੇ ਕਿਸਾਨ 26 ਤਰੀਕ ਨੂੰ ਜਿਹੜਾ ਸਰਕਾਰ ਦੇ ਖਿਲਾਫ ਮੁਜ਼ਾਹਰਾ ਕਰ ਰਹੇ ਹਨ, ਤਾਂ ਉਸ ਪ੍ਰਤੀ ਜਿਹੜੇ ਬੱਬੂ ਮਾਨ ਸਾਹਿਬ ਨੇ ਇੱਕ ਜੋਸ਼ ਭਰਨ ਦਾ ਜਿਹੜਾ ਕੰਮ ਕੀਤਾ ਹੈ। ਧੰਨਵਾਦ ਜੀ ਸਾਰਿਆਂ ਦਾ ਤੁਹਾਡਾ ਇਸ ਵੀਡੀਓ ਨੂੰ ਪੂਰਾ ਦੇਖਣ ਦੇ ਲਈ। ਬੱਬੂ ਮਾਨ ਸਾਹਿਬ ਨੇ 24 ਮਿੰਟ 36 ਸਕਿੰਟ ਦੀ ਜਿਹੜੀ ਹੈ ਵੀਡੀਓ ਪੇਸ਼ ਕੀਤੀ ਹੈ, ਜਿਸ ਵਿੱਚ ਸਾਰਾ ਸਿੱਖ ਇਤਿਹਾਸ ਉਹਨਾਂ ਨੇ ਪਰੋ ਕੇ ਰੱਖ ਦਿੱਤਾ ਤੇ ਕਿਸਾਨਾਂ ਦੀ ਵੀ ਦੱਬ ਕੇ ਸਪੋਰਟ ਕੀਤੀ ਹੈ। ਅਸੀਂ ਜਿੰਨਾ ਕਿ ਸਾਨੂੰ ਪਤਾ ਸੀ ਉਹਨਾਂ ਕਿ ਤੁਹਾਨੂੰ ਇਸ ਗਾਣੇ ਦੇ ਜਿਹੜੇ ਮਤਲਬ ਸੀ ਸਮਝਾਉਣ ਦੀ ਕੋਸ਼ਿਸ਼ ਕੀਤੀ। ਤਾਂ ਸਾਥੋਂ ਕੁਝ ਕੁ ਗਲਤੀਆਂ ਵੀ ਹੋਈਆਂ ਹੋਣੀਆਂ, ਉਹ ਕਮੈਂਟਾਂ ਦੇ ਵਿੱਚ ਸਾਨੂੰ ਜ਼ਰੂਰ ਦੱਸਿਓ ਕਿ ਕਿੱਥੇ ਅਸੀਂ ਪੂਰੀ ਤਰ੍ਹਾਂ ਉਹਨਾਂ ਦੀ ਗੱਲਬਾਤ ਨੂੰ ਅਸੀਂ ਸਮਝ ਨਹੀਂ ਸਕੇ। ਤਾਂ ਤੇ ਜਿੰਨਾ ਵੀ ਵੀਰਾਂ ਨੇ ਵੀਡੀਓ ਨੂੰ ਪੂਰਾ ਦੇਖਿਆ, ਉਹ ਵੀਡੀਓ ਨੂੰ ਲਾਈਕ, ਕਮੈਂਟ ਤੇ ਸ਼ੇਅਰ ਕਰ ਦਿਓ। ਸ਼ੇਅਰ ਇੰਨਾ ਕੁ ਕਰ ਦਿਓ ਕਿ ਮਾਨ ਸਾਹਿਬ ਦੀ ਜਿਹੜਾ ਸੌਂਗ ਹੈ ਉਹ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਤੇ ਉਸਦੇ ਜਿਹੜੇ ਅਸਲ ਮਤਲਬ ਨੇ ਉਹ ਵੀ ਲੋਕਾਂ ਤੱਕ ਪਹੁੰਚਣ। ਤੇ ਸਾਡੇ ਚੈਨਲ ਨੂੰ ਮਾਨ ਫੈਨ ਇੰਡਸਟਰੀ ਨੂੰ ਵੀ ਸਬਸਕ੍ਰਾਈਬ ਕਰ ਲਓ। ਤੇ ਅਗਲੀ ਵੀਡੀਓ ਆਪਾਂ ਨੈਕਸਟ ਮਾਨ ਸਾਹਿਬ ਜੀ ਉੱਪਰ ਅਪਡੇਟ ਲੈ ਕੇ ਹਾਜ਼ਰ ਹੋਵਾਂਗੇ ਜਲਦੀ ਤੋਂ ਜਲਦੀ। ਤੇ ਅੱਜ ਦੀ ਵੀਡੀਓ ਇੱਥੇ ਖਤਮ ਕਰਦੇ ਹਾਂ ਜੀ। ਧੰਨਵਾਦ।